ਤਾਂ ਪਟਿਆਲਾ ਦੀ ਇਸ ਮਾਰਕੀਟ ਦੇ ਵਿੱਚੋਂ ਕੁਝ ਕੰਪਲੇਂਟਸ ਆ ਰਹੀਆਂ ਸੀਗੀਆਂ ਆਮ ਲੋਕਾਂ ਵੱਲੋਂ। ਜਦੋਂ ਇੱਥੇ ਖਰੀਦਦਾਰੀ ਕਰਨ ਆਉਂਦੇ ਨੇ ਉਹਨਾਂ ਨੂੰ ਕਾਫੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। बहुत दिक्कत है जी। 2 घंटे बाद गड्डी कट के ले जी इधरों ਅੰਦਰ ਪਾਲੀ ਸੀ ਪਹਿਲਾਂ पाली सी जी नवी गड्डी स्क्रैच ना पैन बहुत धक्के नाल गड्डी कट के ले जी। हाँ जी, हम रोड से ला के समान खरीदने वास्ते गए। ਪਹਿਲਾਂ ਵੀ ਆਨੇ ਰੋਡ ਤੇ ਲਾਨੇ हाँ जी, हाँ जी, ये 4-5 साल पहलों आए थे, उदों ਇਹੋ ਜਿਹੀ कोई दिक्कत नहीं थी। हुण इस बार आए बहुत ज़्यादा दिक्कत आ रही है। ਇਸ ਤਰ੍ਹਾਂ ਦੇ 2 ਤੋਂ 3 ਪਾਰਕ ਇਸ ਏਰੀਏ ਦੇ ਵਿੱਚ ਬਣੇ ਸੀ, ਪਰ ਉਹਨਾਂ ਪਾਰਕਾਂ ਦੇ ਉੱਤੇ ਵੀ ਇਹਨਾਂ ਲੋਕਾਂ ਵੱਲੋਂ ਆਪਣੇ ਸਮਾਨ ਰੱਖ ਦਿੱਤੇ ਗਏ ਨੇ, ਕਿਉਂਕਿ ਭਗਵੰਤ ਮਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਪੰਚਾਇਤੀ ਜ਼ਮੀਨਾਂ ਛੱਡੀਆਂ ਜਾਣਗੀਆਂ, ਪਰ ਜਿਹੜੇ ਇੱਥੇ ਪਾਰਕ ਨੇ ਉਹ ਵੀ ਸਰਕਾਰ ਦੇ ਅੰਡਰ ਆਉਂਦੇ ਨੇ। ਸਰਕਾਰ ਉਹ ਪਾਰਕ ਕਦੋਂ ਛੜਾਏਗੀ? ਇਸ ਪਾਸੇ ਵੀ ਇਹ ਜਿਹੜਾ ਪਾਰਕ ਹੈ, ਪਰ ਅੱਜ ਜਿਹੜਾ ਇਹ ਪਾਰਕ ਹੈ ਹੁਣ ਇਹਨਾਂ ਦਾ ਪਰਸਨਲ ਬਣ ਚੁੱਕਿਆ ਹੈ। ਤੇ ਜੇ ਕਿਸੇ ਦੁਕਾਨਦਾਰ ਨੂੰ ਪੁੱਛਦੇ ਆ ਜਾ ਕੇ ਵੀ ਇਹ ਤੁਹਾਡਾ ਸਮਾਨ ਹੈ ਤਾਂ ਉਹ ਮਨਾ ਕਰ ਦਿੰਦੇ ਨੇ, ਨਹੀਂ ਸਾਡਾ ਨਹੀਂ ਹੈ। ਕਿ ਕੋਈ ਬਾਹਰੋਂ ਅੰਦਰੋਂ ਆਵੇ ਤਾਂ ਇੱਥੇ ਆਪਣੀ ਗੱਡੀ ਪਾਰਕ ਕਰ ਸਕਦਾ ਹੈ, ਪਰ ਪਾਰਕਿੰਗ ਦੀ ਜਗ੍ਹਾ ਤੇ ਇਹਨਾਂ ਦੁਕਾਨਦਾਰਾਂ ਵੱਲੋਂ ਟਰੈਕਟਰ ਖੜਾਏ ਹੋਏ ਨੇ ਆਪਣੇ, ਔਰ ਸਮਾਨ ਪਿਆ ਇਹਨਾਂ ਦੁਕਾਨਦਾਰਾਂ ਦਾ। ਪੁੱਛਿਆ ਵੀ ਇਹ ਸਮਾਨ ਕਿਹਦਾ, ਹਰੇਕ ਮੁਨਕਰ ਹੋਈ ਜਾਂਦਾ ਮੇਰਾ ਨਹੀਂ ਮੇਰਾ। देखो जी, पता तो सारा कुछ लग जाए, सरकार अपनी आई तो आ जाए, जे नहीं आती तो फिर गल ही आई तो आ जाएगी। उन्हें आपे कहना समान चक के ले जाना, जो गड्डी च कहेगा मेरा ही समान है। गल तो यह आ गई, नहीं मनते हूँ कोई नहीं मनेगा। जो गड्डी खड़ी होगी समान चक्कन वास्ते, कोई कहेगा मेरा समान है जी। ਥੋੜਾ ਜਿਹਾ ਜੁਰਮਾਨਾ ਹੁੰਦਾ, ਅਗਲਾ ਦੇ ਕੇ ਛੁਡਾ ਲੈਂਦਾ। ਵੱਡੇ ਜਿਹੜੇ ਦੁਕਾਨਦਾਰ ਨੇ ਦੇਖੋ ਜੀ, ਅਗਲਾ ਮਾੜਾ ਮੋਟਾ ਕਰਪਸ਼ਨ ਦੇ ਕੇ ਵੀ ਕਹਿੰਦਾ ਵੀ ਮੈਂ ਛੁਡਵਾ ਲੈਣਾ। ਕਈ ਦੁਕਾਨਾਂ ਕਾਰਨਰ ਤੇ ਆ ਗਈਆਂ ਜਿਨ੍ਹਾਂ ਦੇ ਨਾਲ 500 1000 ਗਜ ਦਾ ਗਵਰਨਮੈਂਟ ਦੇ ਕਾਰਨਰ ਪਲਾਟ ਫ੍ਰੀ ਪਏ ਨੇ, ਉਹ ਵਰਤ ਰਹੇ ਨੇ। ਔਰ ਲੱਖਾਂ ਬੰਦੇ ਅਪ ਡਾਊਨ ਰੋਜ਼ ਕਰਦੇ ਨੇ। ਐਡੀ ਵੱਡੀ ਮੰਡੀ ਦੇ ਵਿੱਚ ਕੋਈ ਇਹਨਾਂ ਦਾ ਧਿਆਨ ਹੀ ਨਹੀਂ ਸਰਕਾਰ ਦਾ ਹੈਗਾ। ਜਿਹੜਾ ਇੰਨਾ ਜ਼ਿਮੀਂਦਾਰ ਇੱਥੇ ਰੋਜ਼ ਆ ਕੇ ਮੁੜਦਾ, ਉਹ ਜਾ ਕੇ ਇਹੀ ਗੱਲ ਕਹਿੰਦਾ ਵੀ ਸੀਐਮ ਸਿਟੀ ਹੈ ਇਹ, ਵੀ ਸੀਐਮ ਸਿਟੀ ਦਾ ਇਹ ਹਾਲ ਹੈ। ਦੇਖ ਲਓ ਤੁਸੀਂ 5-5 ਫੁੱਟ 4-4 ਫੁੱਟ ਪਿਛਲੀਆਂ ਨਿਊਜ਼ ਚੱਕ ਲਓ ਤੁਸੀਂ, ਪਿਛਲੇ ਸਾਲ ਦੀਆਂ ਮੌਨਸੂਨ ਦੀਆਂ ਨਿਊਜ਼ ਚੱਕ ਲਓ ਤੁਸੀਂ, ਤੁਹਾਨੂੰ ਰਸਤਾ ਹੀ ਨਹੀਂ ਦਿਖੂਗਾ ਵੀ ਰਸਤਾ ਕਿੱਥੇ ਆ, ਮਾਰਕੀਟ ਕਿੱਥੇ ਹੈ ਜੀ। ਸਮਾਨ ਡੁੱਬ ਜਾਂਦਾ, 4-4 ਫੁੱਟ ਸਮਾਨ ਡੁੱਬ ਜਾਂਦਾ। ਸੀਵਰੇਜ ਤਾਂ ਕਾਦੇ ਫੇਲ ਹੋ ਚੁੱਕੇ ਨੇ ਉਰੇ। ਔਨ 에ਅਰ ਤੇ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਿੰਘ ਚੱਡਾ ਕਰਦਾ ਸਵਾਗਤ ਜੀ। ਸੋ ਪਟਿਆਲਾ ਦੀ ਕਬਾੜੀ ਮਾਰਕੀਟ ਦੇ ਵਿੱਚ ਮੌਜੂਦ ਹਾਂ, ਔਰ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਟਰੈਕਟਰ ਦੀ ਮਾਰਕੀਟ ਹੈ ਉਹ ਪਟਿਆਲਾ ਦੇ ਵਿੱਚ ਹੈ, ਔਰ ਜਿਹੜੀ ਕਾਰਾਂ ਦੀ ਮਾਰਕੀਟ ਹੈ ਏਸ਼ੀਆ ਦੀ ਸਭ ਤੋਂ ਵੱਡੀ ਜਾਂ ਇੰਜਣਾਂ ਦੀ ਮਾਰਕੀਟ ਹੈ ਉਹ ਦਿੱਲੀ ਦੀ ਮਾਇਆਪੁਰੀ ਮਾਰਕੀਟ ਹੈ, ਆਪਾਂ ਸਭ ਜਾਣਦੇ ਹਾਂ। ਤਾਂ ਪਟਿਆਲਾ ਦੀ ਇਸ ਮਾਰਕੀਟ ਦੇ ਵਿੱਚੋਂ ਕੁਝ ਕੰਪਲੇਂਟਸ ਆ ਰਹੀਆਂ ਸੀਗੀਆਂ ਆਮ ਲੋਕਾਂ ਵੱਲੋਂ। ਜਦੋਂ ਇੱਥੇ ਖਰੀਦਦਾਰੀ ਕਰਨ ਆਉਂਦੇ ਨੇ ਉਹਨਾਂ ਨੂੰ ਕਾਫੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਸੀਗੀਆਂ ਦਿੱਕਤਾਂ ਵੀ ਜਦੋਂ ਇੱਥੇ ਐਂਟਰ ਹੁੰਦੇ ਨੇ ਤਾਂ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਪਾਰਕਿੰਗ ਦੀ ਹੈ। ਪਾਰਕਿੰਗ ਤੋਂ ਇਲਾਵਾ ਤੁਸੀਂ ਦੇਖੋ ਜਿਹੜੀ ਰੋਡ ਹੈ, ਇਹ ਰੋਡ ਪਹਿਲਾਂ ਬਾਹਰੋਂ ਦਿਖਾ ਦਾਂ, ਫਿਰ ਬਾਈ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ। ਬਾਈ ਜੀ ਹੁਣੀ ਬਾਹਰੋਂ ਆਏ ਲੱਗਦੇ ਨੇ ਕਿੱਧਰੋਂ। ਇਹ ਜਿਹੜੀ ਰੋਡ ਹੈ ਘੱਟ ਤੋਂ ਘੱਟ 40 ਤੋਂ 50 ਫੁੱਟ ਦੀ ਹੈ, ਪਰ ਜਦੋਂ ਹੀ ਅੰਦਰ ਵੱਲ ਨੂੰ ਆਈਦਾ ਇੱਥੋਂ ਸ਼ੁਰੂਆਤ ਹੁੰਦੀ ਹੈ ਟਰੈਕਟਰ ਮਾਰਕੀਟ ਦੀ। ਜਦੋਂ ਆਪਾਂ ਇੱਥੋਂ ਅੰਦਰ ਵੱਲ ਨੂੰ ਜਾਣ ਲੱਗਦੇ ਹਾਂ ਤਾਂ ਇਹ ਰੋਡ ਘਟਦੀ 10 ਜਾਂ 15 ਫੁੱਟ ਦੀ ਰਹਿ ਜਾਂਦੀ ਹੈ। ਇੱਧਰ ਗੱਲ ਕਰਦੇ ਹਾਂ ਬਾਈ ਉਹਨਾਂ ਨਾਲ। ਕਿੱਥੋਂ ਆਏ ਵੀਰੇ? ਜਾਖਲ ਤੋਂ ਆਏ ਆ ਜੀ। ਅਕਸਰ ਆਉਂਦੇ ਰਹਿੰਦੇ ਤੇ ਪਹਿਲੀ ਵਾਰ? ਡੇਲੀ ਆਉਂਦੇ ਆ ਜੀ। ਡੇਲੀ? ਹਾਂਜੀ ਹਾਂਜੀ। ਤੁਹਾਨੂੰ ਵੀ ਦਿੱਕਤ ਹੁੰਦੀ ਹੈ ਪਾਰਕਿੰਗ ਵਗੈਰਾ? ਬਹੁਤ ਦਿੱਕਤ ਹੈ ਜੀ, ਉਹ ਗੱਡੀ ਪਰੇ ਲੱਗ ਗਏ ਜੀ। ਅੱਛਾ, ਹਾਂਜੀ ਹਾਂਜੀ। ਅੰਦਰ ਕਦੇ ਵੜਦੀ ਨਹੀਂ ਗੱਡੀ? ਅੰਦਰ ਨਹੀਂ ਵੜਦੀ। 50 ਫੁੱਟ ਲੰਬੀ 50 ਫੁੱਟ 40 ਫੁੱਟ ਵੱਡੀ ਰੋਡ ਹੈ, ਫਿਰ ਵੀ ਗੱਡੀ ਬਾਹਰ ਲਾ ਕੇ ਆਣੀ ਪਈ। बहुत दिक्कत है जी। 2 घंटे बाद गड्डी कट के ले जी इधरों ਅੰਦਰ ਪਾਲੀ ਸੀ ਪਹਿਲਾਂ? पाली सी जी नवी गड्डी स्क्रैच ना पैन बहुत धक्के नाल गड्डी कट के ले जी। हाँ जी, हम रोड से ला के समान खरीदने वास्ते गए। ਪਹਿਲਾਂ ਵੀ ਆਨੇ ਰੋਡ ਤੇ ਲਾਨੇ ਹੋ? हाँ जी, हाँ जी, ये 4-5 साल पहलों आए थे, उदों ਇਹੋ ਜਿਹੀ कोई दिक्कत नहीं थी। हुण इस बार आए बहुत ज़्यादा दिक्कत आ रही है। ਲੱਗਦਾ ਨਹੀਂ ਵੀ ਰੋਡ ਤਾਂ 40 ਤੋਂ ਵੱਧ ਫੁੱਟ ਉੱਚੀ ਵੱਡੀ ਹੈ, ਪਰ ਜਦੋਂ ਅੱਗੇ ਵੱਲ ਜਾਈਦਾ ਤਾਂ 10 ਕੁ ਫੁੱਟ ਦੀ ਰਹਿ ਜਾਂਦੀ ਹੈ। ਅੱਗੇ 10 ਦੀ ਵੀ ਨਹੀਂ ਰਹਿੰਦੀ ਜੀ, ਗੱਡੀ ਟੱਪਦੀ ਬਸ ਕੱਲੀ ਸਿੰਗਲ ਗੱਡੀ। ਹਾਂਜੀ, 5-6 ਫੁੱਟ ਹੀ ਰਹਿੰਦੀ ਹੈ।
ਫਿਰ ਬਾਹਰ ਖੜਾ ਗਿਆ ਇਹ ਗੱਡੀ ਹਾਂਜੀ ਹਾਂਜੀ ਆ ਬਾਹਰ ਖੜੀ ਹੈ ਜੀ, ਨਵੀਂ ਗੱਡੀ ਹੈ ਸਾਡੀ, ਬਾਹਰ ਖੜੀ ਹੈ ਬਿਲਕੁਲ। ਇੰਦਰ ਇੰਨਾ ਲੰਬਾ ਅੱਗੇ ਤੁਰ ਕੇ ਜਾਣਾ ਪੈਂਦਾ ਅੱਗੇ ਮਾਰਕੀਟ ਦੇ ਵਿੱਚ, ਫਿਰ ਕਿਵੇਂ ਜਾਂਦੇ ਹੋ? ਤੁਰ ਕੇ ਜਾਈਦਾ ਜੀ। ਪੈਦਲ ਹਾਂਜੀ ਹਾਂਜੀ ਪੈਦਲ ਯਾਤਰਾ ਕਰੀਦੀ ਆ। ਗੱਡੀ ਦੇ ਸਿੱਧੇ ਖੜੀ ਹੈ ਜੀ ਰੋਡ ਤੇ। ਪ੍ਰੋਬਲਮ ਆਉਂਦੀਆਂ ਨੇ? ਆ ਰਹੀਆਂ ਜੀ ਬਹੁਤ ਜ਼ਿਆਦੀਆਂ। ਤਾਂ ਬਿਲਕੁਲ ਜਿਹੜੀ ਰੋਡ ਹੈ ਇਹ ਜਦੋਂ ਇੱਥੋਂ ਸ਼ੁਰੂ ਹੁੰਦੀ ਹੈ 40 ਤੋਂ 50 ਫੁੱਟ ਦੀ ਹੈ, ਪਰ ਅੱਗੇ ਜਾਂਦੇ ਜਾਂਦੇ ਜਿਵੇਂ ਇਹਨਾਂ ਨਾਲ ਗੱਲਬਾਤ ਹੋਈ ਹੈ ਤਾਂ ਉਹ ਜਿਹੜੀ ਕਹਿੰਦੇ 10 ਫੁੱਟ ਵੀ ਨਹੀਂ ਰਹਿੰਦੀ। ਤਾਂ ਜਿਹੜਾ ਮੇਰੇ ਤੁਸੀਂ ਖੱਬੇ ਹੱਥ ਦੇਖ ਰਹੇ ਹੋ ਇਹ ਪਾਰਕ ਹੈ। ਇਸ ਤਰ੍ਹਾਂ ਦੇ 2 ਤੋਂ 3 ਪਾਰਕ ਇਸ ਏਰੀਏ ਦੇ ਵਿੱਚ ਬਣੇ ਸੀ, ਪਰ ਉਹਨਾਂ ਪਾਰਕਾਂ ਦੇ ਉੱਤੇ ਵੀ ਇਹਨਾਂ ਲੋਕਾਂ ਵੱਲੋਂ ਆਪਣੇ ਸਮਾਨ ਰੱਖ ਦਿੱਤੇ ਗਏ ਨੇ। ਇੱਥੇ ਜਿੰਨਾ ਵੀ ਤੁਸੀਂ ਸਮਾਨ ਪਿਆ ਦੇਖ ਰਹੇ ਹੋ ਇਹ ਸਾਰਾ ਕਬਾੜ ਮਾਰਕੀਟ ਦੇ ਵਿੱਚ ਯੂਜ਼ ਹੋਣ ਵਾਲਾ ਸਮਾਨ ਹੈ। ਇੱਥੇ ਦੂਰੋਂ ਦੂਰੋਂ ਵਪਾਰੀ ਵੀ ਆਉਂਦੇ ਨੇ, ਆਮ ਲੋਕ ਆਉਂਦੇ ਨੇ ਅਕਸਰ ਸਮਾਨ ਲੈਣ। ਤਾਂ ਤਸਵੀਰ ਦੇਖੋ, ਕਿਉਂਕਿ ਭਗਵੰਤ ਮਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਪੰਚਾਇਤੀ ਜ਼ਮੀਨਾਂ ਛੱਡੀਆਂ ਜਾਣਗੀਆਂ, ਪਰ ਜਿਹੜੇ ਇੱਥੇ ਪਾਰਕ ਨੇ ਉਹ ਵੀ ਸਰਕਾਰ ਦੇ ਅੰਡਰ ਆਉਂਦੇ ਨੇ। ਸਰਕਾਰ ਉਹ ਪਾਰਕ ਕਦੋਂ ਛੜਾਏਗੀ? ਤਾਂ ਇੱਕ ਵਾਰ ਫੇਰ ਇਸ ਪਾਸਾ ਦਿਖਾ ਦਿਓ। ਤਾਂ ਇਸ ਪਾਸੇ ਵੀ ਇਹ ਜਿਹੜਾ ਪਾਰਕ ਹੈ, ਪਰ ਅੱਜ ਜਿਹੜਾ ਇਹ ਪਾਰਕ ਹੈ ਹੁਣ ਇਹਨਾਂ ਦਾ ਪਰਸਨਲ ਬਣ ਚੁੱਕਿਆ ਹੈ। ਤੇ ਜੇ ਕਿਸੇ ਦੁਕਾਨਦਾਰ ਨੂੰ ਪੁੱਛਦੇ ਆ ਜਾ ਕੇ ਵੀ ਇਹ ਤੁਹਾਡਾ ਸਮਾਨ ਹੈ ਤਾਂ ਉਹ ਮਨਾ ਕਰ ਦਿੰਦੇ ਨੇ, ਨਹੀਂ ਸਾਡਾ ਨਹੀਂ ਹੈ, ਫਲਾਣੇ ਦਾ ਫਲਾਣੇ ਦਾ ਫਲਾਣੇ ਦਾ। ਪਰ ਜਦੋਂ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਫਿਰ ਇਹ ਕਹਿੰਦੇ ਨੇ ਇਹ ਸਮਾਨ ਸਾਡਾ ਹੈ, ਸਾਡਾ ਸਾਡਾ। ਤਾਂ ਦੇਖੋ ਤੁਸੀਂ ਕਿਸ ਤਰ੍ਹਾਂ ਸਮਾਨ ਰੋਡ ਤੇ ਦਾ ਪਿਆ ਹੀ ਹੈ, ਦੇ ਨਾਲ ਪਾਰਕ ਵੀ ਦੱਬੇ ਹੋਏ ਨੇ। ਜਿਹੜੇ ਪਾਰਕ ਸਰਕਾਰ ਵੱਲੋਂ ਇੱਥੇ 2 ਤੋਂ 3 ਪਾਰਕ ਬਣਾਏ ਗਏ ਸੀ, ਉਹ ਪਾਰਕ ਵੀ ਇਹਨਾਂ ਦੁਕਾਨਦਾਰਾਂ ਵੱਲੋਂ ਜਿਹੜਾ ਆਪਣਾ ਸਮਾਨ ਰੱਖਿਆ ਹੋਇਆ। ਉਹ ਇਹ ਦੇਖੋ ਇਹ ਪਾਰਕਿੰਗ ਦੀ ਜਗ੍ਹਾ ਹੈ ਕਿ ਕੋਈ ਬਾਹਰੋਂ ਅੰਦਰੋਂ ਆਵੇ ਤਾਂ ਇੱਥੇ ਆਪਣੀ ਗੱਡੀ ਪਾਰਕ ਕਰ ਸਕਦਾ ਹੈ, ਪਰ ਪਾਰਕਿੰਗ ਦੀ ਜਗ੍ਹਾ ਤੇ ਇਹਨਾਂ ਦੁਕਾਨਦਾਰਾਂ ਵੱਲੋਂ ਟਰੈਕਟਰ ਖੜਾਏ ਹੋਏ ਨੇ ਆਪਣੇ, ਔਰ ਸਮਾਨ ਪਿਆ ਹੈ ਇਹਨਾਂ ਦੁਕਾਨਦਾਰਾਂ ਦਾ। ਤਾਂ ਦੁਕਾਨ ਦਾ ਜਿਹੜੀ ਹੱਦ ਹੈ ਉਹ ਦੁਕਾਨ ਦੀ ਹੱਦ ਤੋਂ 20 25 ਫੁੱਟ ਜਿਹੜਾ ਮਾਲ ਬਾਹਰ ਖੜਾ ਹੈ। ਆਖਰ ਇਸ ਦਾ ਜ਼ਿੰਮੇਵਾਰ ਕੌਣ ਹੈ? ਟ੍ਰੈਫਿਕ ਪੁਲਿਸ ਹੈ, ਇੰਪਰੂਵਮੈਂਟ ਟਰਸਟ ਹੈ। ਇੰਪਰੂਵਮੈਂਟ ਟਰਸਟ ਦੇ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਇਹ ਦੇਖੋ ਇਹ ਜਿਹੜੀ ਇਹ ਏਰੀਆ ਹੈ ਇਹ ਵੈਸੇ ਪਾਰਕਿੰਗ ਲਈ ਬਣਾਇਆ ਗਿਆ ਸੀ ਕਿ ਕੋਈ ਬਾਹਰੋਂ ਆਏਗਾ ਤਾਂ ਪਾਰਕਿੰਗ ਇੱਥੇ ਗੱਡੀ ਲਗਾ ਸਕਦਾ ਹੈ, ਪਰ ਇੱਥੇ ਦੇਖੋ ਇਹਨਾਂ ਦੁਕਾਨਦਾਰਾਂ ਵੱਲੋਂ ਸਮਾਨ ਰੱਖਿਆ ਹੋਇਆ ਹੈ। ਤਾਂ ਅੱਗੇ ਅੱਗੇ ਦੀ ਤਸਵੀਰ ਦਿਖਾਉਂਦੇ ਜਾਵਾਂਗੇ ਤੁਹਾਨੂੰ। ਤਾਂ ਦੇਖੋ ਦੁਕਾਨ ਦੀ ਹੱਦ ਕਿੱਥੇ ਹੈ। 1 2 3 4 ਤੋਂ 5 ਟਰੈਕਟਰ ਇਹਨਾਂ ਵੱਲੋਂ ਰੋਡ ਪੂਰੀ ਇੱਥੇ ਆ ਕੇ ਕਹਿਣਾ ਹੈ ਬਾਈ ਦਾ ਵੀ ਰੋਡ 10 ਫੁੱਟ ਰਹਿ ਜਾਂਦੀ ਹੈ, ਗੱਡੀ ਲੰਘਣ ਦੀ ਜਗ੍ਹਾ ਵੀ ਨਹੀਂ ਰਹਿੰਦੀ। ਤਾਂ ਸੱਜੇ ਹੱਥ ਵੀ ਦੁਕਾਨ ਹੈ, ਖੱਬੇ ਹੱਥ ਵੀ ਦੁਕਾਨ ਹੈ। ਸੱਜੇ ਹੱਥ ਦੁਕਾਨ ਤੇ ਤਾਂ ਦੇਖੋ ਤੁਸੀਂ ਉਹਨਾਂ ਦਾ ਸ਼ਟਰ ਕਿੱਥੇ ਹੈ, ਪਰ ਉਹ ਸ਼ਟਰ ਤੋਂ 3 ਟਰੈਕਟਰ ਬਾਹਰ ਰੋਡ ਤੱਕ ਖੜੇ ਨੇ। ਉਵੇਂ ਇਸ ਪਾਸੇ ਵੀ ਹੈ, ਜਦੋਂ ਸ਼ਟਰ ਕਿੱਥੇ ਹੈ ਉਹ ਸ਼ਟਰ ਤੋਂ ਕਿੱਥੇ ਤੱਕ ਸਮਾਨ ਪਿਆ ਹੈ। ਤਾਂ ਇਹ ਸਾਰੀ ਟਰੈਕਟਰ ਮਾਰਕੀਟ ਦੀ ਐਸੇ ਤਰ੍ਹਾਂ ਦੀ ਤਸਵੀਰ ਹੈ। ਪਿੱਛੇ ਜਦੋਂ ਮਾਇਆਪੁਰੀ ਦੇ ਵਿੱਚ ਸਰਕਾਰ ਵੱਲੋਂ ਤਬਦੀਲੀਆਂ ਲਿਆਂਦੀਆਂ ਗਈਆਂ ਦਿੱਲੀ ਦੇ ਵਿੱਚ, ਜਦੋਂ ਕੇਜਰੀਵਾਲ ਸਰਕਾਰ ਆਈ ਸੀ, ਉਸ ਤੋਂ ਬਾਅਦ ਪੋਲਿਊਸ਼ਨ ਕੰਟਰੋਲ ਬੋਰਡ ਨੇ ਐਕਸ਼ਨ ਲੈਂਦੇ ਹੋਏ ਜਿੰਨਾ ਵੀ ਮਾਇਆਪੁਰੀ ਦਾ ਏਰੀਆ ਸੀਗਾ ਉਹਨਾਂ ਦੀ ਹੱਦ ਬਣਾ ਦਿੱਤੀ ਗਈ ਵੀ ਇੰਨੇ ਕੁ ਹੱਦ ਦੇ ਵਿੱਚ ਸਮਾਨ ਰੱਖਣਾ ਜਿਹੜਾ ਜਾਇਜ਼ ਹੋਏਗਾ। ਉਸ ਤੋਂ ਬਾਅਦ ਤਾਂ ਦੇਖੋ ਕੈਮਰਾ ਚੱਲਦਿਆਂ ਦੀ ਤਸਵੀਰ ਥੋੜਾ ਜਿਹਾ ਜ਼ੂਮ ਕਰਕੇ ਦਿਖਾਓ ਮਲਕੀਤ। ਇੱਕ ਗੱਡੀ ਦੀ ਵੀ ਲੰਘਣ ਦੀ ਜਗ੍ਹਾ ਨਹੀਂ ਹੈ। ਇੱਕ ਗੱਡੀ ਜੇ ਉਧਰੋਂ ਆ ਰਹੀ ਹੈ ਤਾਂ ਦੂਜਾ ਟੈਂਪੂ ਦੇਖੋ ਆ ਰਿਹਾ ਉਹ ਫਸ ਗਿਆ। ਤਾਂ ਦੇਖੋ ਗੱਡੀ ਬਾਹਰ ਵੱਲ ਆ ਰਹੀ ਹੈ ਔਰ ਇਹ ਇੱਕ ਗੱਡੀ ਦੀ ਵੀ ਲੰਘਣ ਦੀ ਪ੍ਰੋਪਰ ਜਗ੍ਹਾ ਨਹੀਂ ਹੈਗੀ। ਬਾਈ ਹੁਣੀ ਤਾਂ ਕਹਿੰਦੇ ਸੀ ਇੱਕ ਗੱਡੀ ਲੰਘ ਜਾਂਦੀ ਹੈ, ਪਰ ਮੈਨੂੰ ਇੱਥੇ ਇੱਕ ਗੱਡੀ ਵੀ ਲੰਘਣ ਦੀ ਪ੍ਰੋਪਰ ਜਗ੍ਹਾ ਨਹੀਂ ਨਜ਼ਰ ਆ ਰਹੀ। ਤਾਂ ਦੇਖੋ ਦੁਕਾਨ ਤੋਂ ਕਿੰਨਾ ਫੁੱਟ ਬਾਹਰ ਉਰੇ ਬਹੁਤ ਬੁਰਾ ਹਾਲ ਹੈ ਮਾਰਕੀਟ ਦਾ। ਦੇਖੋ ਹਾਲ ਕੀ ਹੈ, ਪੈਦਲ ਰਸਤਾ ਲੰਘਣ ਦਾ ਨਾ ਕੁਛ ਹੈ। ਭਾਜੀ ਇਹ ਦੁਕਾਨਾਂ ਤਾਂ ਸ਼ਟਰ ਕਿੱਥੇ ਨੇ? ਸ਼ਟਰ ਤੋਂ 20 25 ਫੁੱਟ ਅੱਗੇ ਮਾਲ ਬਾਹਰ। ਅਸੀਂ ਮਾਰਕੀਟ ਦੇ ਬੰਦੇ ਆ, ਪਰ ਅਸੀਂ ਦੁਖੀ ਬਹੁਤ ਆ ਇੱਥੋਂ। ਕਿਉਂ ਨਹੀਂ ਹੋ ਰਿਹਾ? ਅਸੀਂ ਮਾਨ ਸਾਹਿਬ ਅੱਗੇ ਬੇਨਤੀ ਕਰਦੇ ਆ ਵੀ ਇਹਦਾ ਕੋਈ ਹੱਲ ਕੱਢੋ।
ਨਹੀਂ ਪੰਚਾਇਤੀ ਜ਼ਮੀਨਾਂ ਖਾਲੀ ਕਰਨ ਦੀ ਸਰਕਾਰ ਨੇ ਕਿਹਾ ਸੀ। ਇੱਧਰ ਪਾਰਕ ਹੈ, ਇਹ ਵੀ ਸਰਕਾਰੀ ਇੰਪਰੂਵਮੈਂਟ ਟਰਸਟ ਦੇ ਅੰਦਰ ਆਉਂਦੇ, ਸਾਰੇ ਪਾਰਕ ਭਰੇ ਹੋਏ ਨੇ। ਸਾਰੇ ਖਾਲੀ ਹੋਣੇ ਚਾਹੀਦੇ ਆ। ਤਾਂ ਮਜ਼ੇ ਤਾਂ ਹੈ ਜੇ ਸਾਰੇ ਇਹ ਵੀ ਖਾਲੀ ਹੋਣ ਤੇ ਜ਼ਮੀਨਾਂ ਵੀ ਖਾਲੀ ਹੋਣ। ਸਰਕਾਰ ਨੇ ਕਿਹਾ 7 ਦਿਨ ਤਾਂ ਅਲਟੀਮੇਟਮ ਦਿੱਤਾ ਮਾਰਕੀਟ ਨੂੰ, ਤੁਹਾਨੂੰ ਲੱਗਦਾ ਹੈ ਵੀ ਪਏਗਾ ਲੋਕਾਂ 'ਚ ਫਰਕ? ਦੇਖੋ ਜੇ ਤਾਂ ਸਰਕਾਰ ਵਿੱਚ ਕੁਝ ਦਮ ਹੈਗਾ ਫਿਰ ਤਾਂ ਕਰੇਗੀ, ਜੇ ਨਹੀਂ ਦਮ ਹੈ ਕੁਝ ਨਹੀਂ ਕਰੇਗੀ। ਹਾਂ, ਬਾਈ ਉਹਨਾਂ ਨੇ ਸਰਕਾਰ ਤੇ ਸੁੱਟਤੀ। ਜੇ ਸਰਕਾਰ ਦੇ ਵਿੱਚ ਕਹਿੰਦੇ ਦਮ ਹੋਇਆ ਤਾਂ ਖਾਲੀ ਸਰਕਾਰ ਕਰਾ ਲਵੇਗੀ। ਤਾਂ ਪੂਰੀ ਟਰੈਕਟਰ ਮਾਰਕੀਟ ਦੀਆਂ ਐਸੇ ਤਰ੍ਹਾਂ ਦੀਆਂ ਤਸਵੀਰਾਂ ਨੇ। ਤਾਂ ਇੱਕ ਵਾਰੀ ਫੇਰ ਸੱਜੇ ਪਾਸੇ ਮਲਕੀਤ ਕੈਮਰਾ ਮਾਰ ਕੇ ਦਿਖਾਓ ਕਿਸ ਤਰ੍ਹਾਂ ਜਿਹੜਾ ਪਾਰਕ ਹੈ ਇੱਕ ਉਹ ਇਹਨਾਂ ਦੁਕਾਨਦਾਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਨੇ। ਅਗਰ ਜੇ ਕਿਸੇ ਨੂੰ ਪੁੱਛਣ ਜਾਂਦੇ ਆ ਵੀ ਇਹ ਸਮਾਨ ਕਿਹਦਾ ਹੈ ਤਾਂ ਉਹ ਕਹਿੰਦਾ ਮੇਰਾ। ਭਾਜੀ ਇੱਕ ਗੱਲ ਦੱਸੋ, ਮੈਂ ਕਿਸੇ ਨੂੰ ਪੁੱਛਿਆ ਵੀ ਇਹ ਸਮਾਨ ਕਿਹਦਾ, ਹਰੇਕ ਮੁਨਕਰ ਹੋਈ ਜਾਂਦਾ ਮੇਰਾ ਨਹੀਂ ਮੇਰਾ ਨਹੀਂ। ਦੇਖੋ ਜੀ ਪਤਾ ਤਾਂ ਸਾਰਾ ਕੁਝ ਲੱਗ ਜਾਏ ਤੇ ਸਰਕਾਰ ਆਪਣੀ ਆਈ ਤੇ ਆ ਜੇ। ਜੇ ਨਹੀਂ ਆਉਂਦੀ ਤਾਂ ਫਿਰ ਗੱਲ ਹੀ ਆਈ ਤੇ ਆ ਜਾਏਗੀ। ਉਹਨੇ ਆਪੇ ਕਹਿਣਾ ਸਮਾਨ ਚੱਕ ਕੇ ਲੈ ਜਾਣਾ, ਜਦੋਂ ਗੱਡੀ 'ਚ ਕਹੇਗਾ ਮੇਰਾ ਹੀ ਸਮਾਨ ਹੈ। ਗੱਲ ਤਾਂ ਇਹ ਆ ਹੁਣ ਨਹੀਂ ਮੰਨਦੇ ਪਏ। ਹੁਣ ਕੋਈ ਨਹੀਂ ਮੰਨੇਗਾ। ਜਦੋਂ ਗੱਡੀ ਖੜੀ ਹੋਏਗੀ ਸਮਾਨ ਚੱਕਣ ਵਾਸਤੇ ਕਹੇਗਾ ਮੇਰਾ ਸਮਾਨ ਹੈ ਜੀ। ਇਹ ਚੱਕਰ ਹੈ, ਸੱਚਾਈ ਹੈ ਗੱਲ। ਸੱਚਾਈ ਗੱਲ ਇਹ ਹੈ। ਉਹ ਜਦ ਤੱਕ ਦੇਖੋ ਜੀ ਡੰਡਾ ਨਹੀਂ ਪੈਂਦਾ ਸਿਰ ਤੇ ਕੁਝ ਨਹੀਂ ਹੁੰਦਾ। ਇਵੇਂ ਦਾ ਰੋਜ਼ ਸਰਕਾਰਾਂ ਆਈਆਂ ਬਦਲ ਗਈਆਂ ਕਰ ਗਈਆਂ, ਕੁਝ ਨਹੀਂ ਹੋਇਆ। ਤਾਂ ਇਹਨਾਂ ਦਾ ਕਹਿਣਾ ਪਹਿਲਾਂ ਵੀ ਸਰਕਾਰਾਂ ਆਈਆਂ ਬੜਾ ਕੁਝ ਹੋਇਆ, ਪਰ ਇਹ ਜਿਹੜਾ ਚੇਂਜ ਨਹੀਂ ਆ ਰਿਹਾ, ਇਹ ਚੇਂਜ ਆਖਰ ਕਿਉਂ ਨਹੀਂ ਆ ਰਿਹਾ ਇਹ ਤਾਂ ਸਰਕਾਰ ਹੀ ਦੱਸੂਗੀ। ਪਾਰਕ ਦਾ ਹਾਲ ਦੇਖ ਲਓ, ਸਾਰਾ ਪਾਰਕ ਜਿਹੜਾ ਨਿੱਜੀ ਹਿੱਤਾਂ ਲਈ ਵਰਤ ਰਹੇ ਨੇ। ਤਾਂ ਵਾਕਈ ਬਾਈ ਉਹਨਾਂ ਦਾ ਕਹਿਣਾ ਵੀ ਜਿਹੜਾ ਕੋਈ ਮੰਨਦਾ ਨਹੀਂ ਹੈਗਾ ਵੀ ਸਮਾਨ ਮੇਰਾ ਹੈ, ਤਾਂ ਜਦੋਂ ਸਰਕਾਰ ਦਾ ਡੰਡਾ ਆਇਆ ਤਾਂ ਹਰੇਕ ਮੰਨੂਗਾ ਮੇਰਾ ਹੈ ਮੇਰਾ ਮੇਰਾ। ਤਾਂ ਕਹਿੰਦੇ ਜਦੋਂ ਸਰਕਾਰੀ ਗੱਡੀ ਆ ਕੇ ਖੜੀ ਤਾਂ ਹਰੇਕ ਨੇ ਕਹਿਣਾ ਵੀ ਇਹ ਸਮਾਨ ਮੇਰਾ ਹੈ। ਇਹੀ ਹਾਲ ਪਹਿਲਾਂ ਕੁਝ ਸਮੇਂ ਪਹਿਲਾਂ ਮਾਇਆਪੁਰੀ ਦਿੱਲੀ ਦੇ ਹੁੰਦੇ ਸੀ। ਉੱਥੇ ਵੀ ਜਿਹੜਾ ਐਸੇ ਤਰ੍ਹਾਂ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕਾਂ ਨੂੰ, ਪਰ ਹੁਣ ਜਿਹੜਾ ਸਰਕਾਰ ਨੇ ਉੱਥੇ ਸਖਤ ਐਕਸ਼ਨ ਲੈਂਦੇ ਹੋਏ ਇਹ ਜਿਹੜੇ ਜਿੰਨੀਆਂ ਵੀ ਉੱਥੇ ਦੁਕਾਨਾਂ ਨੇ ਉਹ ਐਨ ਨੀਟ ਐਂਡ ਕਲੀਨ ਕਰ ਦਿੱਤੀਆਂ ਨੇ। ਇਹ ਸਾਰੇ ਦੁਕਾਨਦਾਰ ਦਿੱਲੀ ਵੀ ਜਾਂਦੇ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਉੱਥੇ ਦੀ ਵੀ ਤਸਵੀਰ ਇਹਨਾਂ ਨੇ ਦੇਖੀ ਹੋਣੀ। ਤਾਂ ਗੱਡੀਆਂ ਦੇਖੋ ਕਿਸ ਤਰ੍ਹਾਂ ਖੜੀਆਂ ਨੇ। ਉਹ ਦੇਖੋ ਸਾਹਮਣੇ ਗੱਡੀ ਤੇ ਗੱਡੀ ਜਿਹੜੀ ਚੜਾਈ ਹੋਈ ਹੈ। ਐਸੇ ਤਰ੍ਹਾਂ ਅੱਗੇ ਲਾਈਨ ਦੇ ਵਿੱਚ ਲਗਾਤਾਰ ਜਿਹੜੀਆਂ ਗੱਡੀਆਂ ਨੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਤੇ ਗੱਡੀਆਂ ਲੰਬੀਆਂ ਲਾਈਨਾਂ ਕਤਾਰਾਂ ਲੱਗੀਆਂ ਹੋਈਆਂ ਨੇ। ਤਾਂ ਮਲਕੀਤ ਇਸ ਪਾਸੇ ਵੀ ਦਿਖਾਓ, ਇਹ ਸਾਰੀ ਪਾਰਕਿੰਗ ਦੀ ਜਗ੍ਹਾ ਹੈ। ਇੱਥੇ ਗੱਡੀਆਂ ਪਾਰਕ ਕਰਨ ਲਈ ਜਗ੍ਹਾ ਛੱਡੀ ਗਈ ਸੀ, ਪਰ ਇਹ ਜਗ੍ਹਾ ਵੀ ਇਹਨਾਂ ਨੇ ਆਪਣੇ ਨਿੱਜੀ ਹਿੱਤਾਂ ਦੇ ਲਈ ਵਰਤ ਰਹੇ ਨੇ। ਆਹ ਹੁਣ ਦੇਖੋ ਗੱਡੀ ਲੈ ਕੇ ਆਇਆ ਬਾਈ ਲਗਾਤਾਰ ਦੇਖ ਰਿਹਾ ਮੈਂ ਗੱਡੀ ਕਿੱਥੇ ਲਾਵਾਂ, ਪਰ ਗੱਡੀ ਲਾਉਣ ਦੀ ਜਗ੍ਹਾ ਨਹੀਂ ਮਿਲ ਰਹੀ ਇਹਨਾਂ ਨੂੰ। ਤਾਂ ਜਗ੍ਹਾ ਕਹਿੰਦੇ ਹੈ ਨਹੀਂ। ਤਾਂ ਇੱਕ ਦੁਕਾਨਦਾਰ ਮਿਲ ਗਏ ਨੇ, ਇਹਨਾਂ ਨੂੰ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ? ਵਧੀਆ। ਕੀ ਨਾਮ ਬਾਈ? ਮੇਰਾ ਨਾਮ ਸੰਦੀਪ ਸਿੰਘ ਹੈ ਜੀ। ਇੱਕ ਸਾਡੇ ਦੇਖੋ ਤੁਸੀਂ ਆਹ ਸਮੱਸਿਆ ਬੜੀ ਹੱਲ ਕਰੋ। ਦੇਖੋ ਤੁਸੀਂ ਇੱਥੇ ਸਕੂਟਰ ਬੰਦ ਕਰ ਲਓ, ਤੇਲ ਬਹੁਤ ਇੱਥੇ ਮਹਿੰਗਾ। ਦੁਕਾਨਦਾਰਾਂ ਦੇ ਤੁਸੀਂ ਕਬਜ਼ੇ ਦੇਖ ਲਓ ਤੁਸੀਂ। ਜੇ ਕਿਸੇ ਦੀ ਆਪਣਾ ਬਾਹਰੋਂ ਕਸਟਮਰ ਆਉਂਦਾ, ਕੋਈ ਕਿੱਥੋਂ, ਕੋਈ ਮੋਗੇ ਤੋਂ, ਕੋਈ ਜਲੰਧਰ ਤੋਂ, ਕੋਈ ਦੇਖੋ ਜੀ ਹਰ ਬੰਦਾ ਇੰਨੀ ਦੂਰੋਂ ਆਪਦਾ ਸਾਧਨ ਲੈ ਕੇ ਆਉਂਦਾ। ਕਿਸੇ ਬੰਦੇ ਕੋਲ ਤੁਸੀਂ ਆਹ ਹਾਲ ਦੇਖ ਲਓ। ਮੈਂ ਤਾਂ ਆਪ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵੀ ਆਹ ਗਰੀਬਾਂ ਵੱਲ ਦੇਖੋ ਜੀ, ਜਿਨ੍ਹਾਂ ਕੋਲ ਇੰਨੀ ਗਰਮੀ ਦੇ ਵਿੱਚ ਕੋਈ ਰਹਿਣ ਨੂੰ ਛੱਤ ਨਹੀਂ ਹੈਗੀ, ਇਹਨਾਂ ਨੂੰ ਕੋਈ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ, ਜਾ ਕੇ ਇੱਥੋਂ ਗੰਦਗੀ ਨਿਕਲੇ। ਆ ਤੁਸੀਂ ਗੰਦਗੀ ਦਾ ਹਾਲ ਦੇਖ ਲਓ ਵੀ ਇਨਸਾਨਾਂ ਦੇ ਲਾਇਕ ਰਹਿਣ ਜੋਗੀ ਜਗ੍ਹਾ ਨਹੀਂ ਹੈਗੀ। ਸਹੀ ਗੱਲ ਹੈ। ਔਰ ਤੁਸੀਂ ਅੱਗੇ ਮੌਨਸੂਨ ਆਉਣ ਵਾਲੀ ਹੈ, ਮੌਨਸੂਨ ਦਾ ਤੁਸੀਂ ਇੱਥੇ ਦੇਖਿਓ ਵੀ ਇੱਥੇ ਘੱਟੋ ਘੱਟ 3-3 ਫੁੱਟ ਪਾਣੀ ਹੋ ਜਾਂਦਾ ਜੀ। ਮੌਨਸੂਨ ਦੇ ਵਿੱਚ 3-3 ਫੁੱਟ ਮਤਲਬ ਦੁਕਾਨਾਂ ਦੇ ਅੰਦਰ ਪਾਣੀ ਚਲਾ ਜਾਂਦਾ ਹੈ। ਦੁਕਾਨਾਂ ਦੇ ਅੰਦਰ ਪਾਣੀ। ਇੱਥੇ ਕਿਸ਼ਤੀਆਂ ਦੇ ਵਿੱਚ ਜੇ ਤੁਸੀਂ ਚੱਲ ਸਕਦੇ ਹੋ, ਪੈਦਲ ਤਾਂ ਉਰੇ ਚੱਲ ਹੀ ਨਹੀਂ ਸਕਦੇ, ਕਿਉਂ ਰਸਤਾ ਪਤਾ ਹੀ ਨਹੀਂ ਲੱਗਦਾ ਵੀ ਰਸਤਾ ਕਿੱਥੇ ਕਿੱਥੇ ਨਹੀਂ। ਔਰ ਤੁਸੀਂ ਹਾਲ ਦੇਖ ਲਓ ਇੱਥੇ ਮਾਰਕੀਟ ਦਾ, ਇੰਨੀ ਵੱਡੀ ਮਾਰਕੀਟ ਦੇ ਇੰਨੀ ਗਰਮੀ ਦਾ ਕਹਿਰ ਵਰਤ ਰਿਹਾ। 46 ਡਿਗਰੀ 47 ਡਿਗਰੀ ਟੈਂਪਰੇਚਰ ਹੈ। ਤੁਸੀਂ ਇਹ ਦੇਖੋ ਵੀ ਇੱਥੇ ਪਾਣੀ ਦੀ ਇੱਕ ਬੂੰਦ ਵੀ ਕੋਈ ਆਮ ਲੱਗੀ ਨਹੀਂ ਹੋਈ ਕਿਤੇ। ਕੋਈ ਬਾਹਰੋਂ ਆ ਕੇ ਬੱਚੇ ਨੇ ਕਿਸੇ ਕਸਟਮਰ ਦੇ ਨਾਲ ਕੋਈ ਬਾਹਰੋਂ ਸਮਾਨ ਲੈਣ ਆਉਂਦਾ। ਸੰਦੀਪ ਮੈਂ ਗੱਲ ਟੋਕ ਰਿਹਾ ਤੁਹਾਨੂੰ। ਇੱਕ ਮੈਂ ਹੁਣ ਗੱਡੀ ਬਾਹਰ ਖੜੀ, ਉਹ ਬਾਈ ਮੈਂ ਪੁੱਛਿਆ ਕਿੱਥੋਂ ਆਏ ਹੋ, ਕਹਿੰਦਾ ਜਾਖਲ ਤੋਂ ਆਏ ਆ। ਇੱਕ ਸਾਹਮਣੇ ਪਹਿਲਾਂ ਗੱਡੀ ਦਿਖਾ ਦਿਓ, ਕਿੰਨੀ ਮੁਸ਼ਕਲ ਨਿਕਲ ਰਹੀ ਹੈ। ਦੇਖੋ
ਕਿੱਡਾ ਕੁ ਰਸਤਾ ਹੈ? ਮੈਂ ਕਹਿੰਦਾ ਜੀ ਇਸ ਰੋਡ ਇੰਨਾ ਚੌੜਾ ਤਾਂ ਰਸਤਾ ਸਿਰਫ 5 ਫੁੱਟ ਦਾ ਸੁੰਗੜ ਕੇ ਰਸਤੇ ਥੋੜੇ ਰਹਿ ਗਏ ਨੇ। ਬਾਹਰੋਂ ਮੈਂ ਉਹੀ ਗੱਲ ਕਰ ਰਿਹਾ, ਬਾਹਰੋਂ ਮੈਂ ਰੋਡ ਨਾਪਿਆ 40 ਤੋਂ 50 ਫੁੱਟ ਦਾ ਰੋਡ ਹੈ ਜਿਹੜਾ ਬਾਹਰੋਂ ਸ਼ੁਰੂ ਹੁੰਦਾ ਮੇਨ ਐਂਟਰੈਂਸ ਤੇ, ਅੱਗੇ ਆ ਕੇ ਘਟਦਾ 5-4 ਫੁੱਟ ਦਾ ਰਹਿ ਜਾਂਦਾ। ਸਰਕਾਰਾਂ ਦੇ ਇਹਦੇ ਵਿੱਚ ਬਿਲਕੁਲ ਦੇਖੋ ਜੀ, ਪਹਿਲੀਆਂ ਸਰਕਾਰਾਂ ਨੇ ਤਾਂ ਜੋ ਕਰ ਲਿਆ। ਹੁਣ ਜੋ ਸਰਕਾਰ ਆਈ ਹੈ ਜਿਨ੍ਹਾਂ ਵੱਲ ਸਾਨੂੰ ਪੂਰੀਆਂ ਉਮੀਦਾਂ ਨੇ ਵੀ ਸਾਡੀ ਮਾਰਕੀਟ ਵੱਲ ਧਿਆਨ ਦੇਣਗੀਆਂ। ਦੇਖੋ ਜੀ, ਅਸੀਂ ਆ ਜਾਂਦੇ ਹਾਂ ਸੈਂਟਰ ਦੇ ਵਿੱਚ, ਮਾਰਕੀਟ ਦੇ ਵਿੱਚ ਜਿਹੜਾ ਕਸਟਮਰ ਆ ਬਾਹਰ ਰੁਕ ਜਾਂਦਾ, ਉਹਨਾਂ ਨੂੰ ਅੱਗੇ ਤੱਕ ਤਾਂ ਦੁਕਾਨਾਂ ਦਾ ਪਤਾ ਹੀ ਨਹੀਂ ਲੱਗਦਾ। ਉਹਨਾਂ ਨੂੰ ਜਿਹੜਾ ਉਹੀ ਗੱਲ ਕਹਿਣ ਲੱਗਾ ਸੀ, ਉਹ ਜਾਖਲ ਤੋਂ ਆਏ ਸਨ, ਉਹ ਗੱਡੀ ਖੜਾ ਕੇ ਉੱਥੋਂ ਪੁੱਛ ਰਹੇ ਸੀਗੇ ਵੀ ਬਾਈ ਜੀ ਅਸੀਂ ਆਹ ਸਮਾਨ ਲੈਣਾ, ਕਿੱਧਰ ਨੂੰ ਜਾਈਏ? ਕਹਿੰਦਾ ਪਹਿਲਾਂ ਮੈਂ ਗੱਡੀ ਅੰਦਰ ਵਾੜ ਲਈ, 2 ਘੰਟੇ ਅੰਦਰ ਹੀ ਘੁੰਮੀ ਗਿਆ, ਮੈਨੂੰ ਕਹਿੰਦਾ 2 ਘੰਟੇ ਮੈਂ ਅੰਦਰ ਘੁੰਮੀ ਗਿਆ, ਮੈਨੂੰ ਦੁਕਾਨਾਂ ਹੀ ਨਹੀਂ ਲੱਭੀਆਂ, ਫਿਰ ਮੈਂ ਹੁਣ ਬਾਹਰ ਖੜੀ ਕਰਕੇ ਆਇਆ ਗੱਡੀ ਤੇ 2 ਕਿਲੋਮੀਟਰ ਅੰਦਰ ਘੁੰਮੀ। ਦੇਖੋ ਜੀ, ਇਹਨਾਂ ਨੂੰ ਦੁਕਾਨਾਂ ਦੇ ਨੰਬਰ ਲਾਏ ਹੋਏ ਆ, ਤੁਸੀਂ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਦੇ ਨੰਬਰ ਲੱਗੇ ਹੋਏ ਨੇ, ਤੇ ਦੁਕਾਨ ਨੰਬਰ ਜੋ ਪ੍ਰੋਵੀਜ਼ਨ ਬਣਦੀ ਆ ਵੀ ਤੁਸੀਂ ਬਾਹਰ ਰੋਡ ਦੇ ਉੱਪਰ ਦੁਕਾਨ ਨੰਬਰ ਲਿਖ ਕੇ ਲਗਾਓ ਵੀ ਇੰਨੇ ਤੋਂ ਨੰਬਰ ਇੰਨੇ ਨੰਬਰ ਇਸ ਗਲੀ ਦੇ ਵਿੱਚ ਦੁਕਾਨ ਆ, ਇੰਨੇ ਨੰਬਰ ਤੋਂ ਇੰਨੇ ਨੰਬਰ ਇਸ ਗਲੀ ਦੇ ਵਿੱਚ ਦੁਕਾਨ ਆ। ਇਹ ਬਿਲਕੁਲ ਵੀ ਇਹਦੇ ਬਾਰੇ ਬਾਹਰ ਜਾਣਕਾਰੀ ਬੋਰਡਾਂ ਦੇ ਉੱਪਰ ਗਵਰਨਮੈਂਟ ਵੱਲੋਂ ਨਹੀਂ ਲੱਗੀ ਪਈ। ਹੁਣ ਅਸੀਂ ਇਹੀ ਗਵਰਨਮੈਂਟ ਤੋਂ ਬੇਨਤੀ ਕਰਦੇ ਹਾਂ, ਆਪ ਸਰਕਾਰ ਤੋਂ ਬੇਨਤੀ ਕਰਦੇ ਹਾਂ, ਭਗਵੰਤ ਮਾਨ ਜੀ ਤੋਂ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਇੰਨਾ ਲਾਸ ਹੋ ਰਿਹਾ, ਤੁਹਾਨੂੰ ਰੈਵਨਿਊ ਤੁਹਾਡਾ ਇੰਨਾ ਬਣ ਸਕਦਾ ਤੁਹਾਡੇ ਹੁਣ ਹਫਤੇ ਦਾ 1 ਹਫਤੇ ਦਾ ਟਾਈਮ ਦਿੱਤਾ ਹੈ ਸਰਕਾਰ ਵੱਲੋਂ ਵੀ ਇਹ ਜਿੰਨੀ ਵੀ ਮਾਰਕੀਟ ਹੈ ਇਹ ਸਾਰੀ ਖਾਲੀ ਕਰ ਦਿੱਤੀ ਜਾਵੇ, ਨਹੀਂ ਤਾਂ ਸਰਕਾਰ ਕਹਿੰਦਾ ਜਿਹੜਾ ਸਮਾਨ ਜ਼ਬਤ ਹੋ ਜਾਏਗਾ ਫਿਰ ਸਰਕਾਰੀ ਹੋ ਜਾਏਗਾ। ਜੀ ਸਾਡਾ ਅਸੀਂ 20 ਵਾਰੀ ਸਮਾਨ ਚੱਕ ਚੁੱਕੇ ਹਾਂ, 20 ਵਾਰੀ ਨਹੀਂ ਪਤਾ ਨਹੀਂ ਕਿੰਨੇ ਹੀ ਵਾਰੀ, ਜਦੋਂ ਵੀ ਆਦੇਸ਼ ਗਵਰਨਮੈਂਟ ਦਾ ਆਂਦਾ ਅਸੀਂ ਉਹਨੂੰ ਸਿਰ ਮੱਥੇ ਮੰਨਦੇ ਹਾਂ, ਉਨੇ ਵਾਰੀ ਹੀ ਅਸੀਂ ਸਮਾਨ ਚੱਕਿਆ। ਪਰ ਸਮਾਨ ਚੱਕ ਲੈਂਦੇ ਉਸ ਤੋਂ ਬਾਅਦ ਕੰਟੀਨਿਊਟੀ ਕਿਉਂ ਨਹੀਂ ਰਹਿੰਦੀ? ਕੰਟੀਨਿਊਟੀ ਦੇਖੋ, ਗਵਰਨਮੈਂਟ ਦੁਬਾਰਾ ਉਹਨਾਂ ਦਾ ਕੋਈ ਆਫੀਸਰ ਪੱਕਾ ਕੋਈ ਇੱਧਰ ਆਂਦਾ ਨਹੀਂ, ਦੁਬਾਰਾ ਫਿਰ ਹੌਲੀ ਸਾਰਿਆਂ ਨੇ ਸਮਾਨ ਰੱਖਣਾ ਸ਼ੁਰੂ ਕਰਤਾ। ਦੇਖੋ ਜੀ, ਸਭ ਤੋਂ ਵੱਡੀ ਜਿੱਥੇ ਵੀ ਆਪਾਂ ਉਹ ਮਾਰਕੀਟ ਫੇਲ ਆ ਜਿਸ ਮਾਰਕੀਟ ਦੇ ਵਿੱਚ ਪਾਰਕਿੰਗ ਨਹੀਂ ਹੈਗੀ। ਤੁਸੀਂ ਇੱਥੇ ਸਰਕਾਰ ਨੇ ਪਾਰਕਿੰਗ ਬਣਾਈ ਸੀ, ਆ ਮੈਂ ਬਾਹਰ ਆਇਆ, ਇੱਧਰ ਆ ਪਾਰਕਿੰਗ ਦਾ ਏਰੀਆ ਸੀਗਾ, ਉੱਥੇ ਸਾਰੇ ਟਰੈਕਟਰ ਖੜੇ ਆ, ਜਿਹੜੀ ਪਾਰਕਿੰਗ ਬਣਾਈ, ਉਸ ਤੋਂ ਬਾਅਦ ਆ ਸਾਰਾ ਏਰੀਆ ਪਾਰਕਿੰਗ ਦਾ ਬਣਾਇਆ ਸੀ। ਇੱਥੇ ਹੁਣ ਸਾਰਾ ਮਾਲ ਇਹ ਜਿਹੜਾ ਇਹ ਸਾਰਾ ਸਮਾਨ ਹੈ ਇਹ ਨਿੱਜੀ ਹਿੱਤਾਂ ਲਈ ਲੋਕ ਵਰਤ ਰਹੇ ਨੇ ਪਾਰਕਿੰਗ ਨੂੰ। ਰੈਵਨਿਊ ਮਿਲੇ, ਇਹ ਆਪਣਾ ਠੇਕਿਆਂ ਦਾ ਦੇਣ ਪਾਰਕਿੰਗ ਆ। ਗਾਹਕ ਜਿਹਦੇ ਕੋਲ 5 ਲੱਖ ਦੀ 10 ਲੱਖ ਦੀ 12 ਲੱਖ ਦੀ ਗੱਡੀ ਹੈ ਨਾ, ਅਗਲਾ 10 ਰੁਪਏ ਪਾਰਕਿੰਗ ਦੇ ਵੀ ਦੇ ਸਕਦਾ ਹੈ। ਅਗਲਾ ਕਹਿੰਦਾ ਮੇਰੀ ਗੱਡੀ ਨਾ ਚੋਰੀ ਹੋ ਜੇ। ਅੱਜ ਤੁਸੀਂ ਪਟਿਆਲੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਸੁਣ ਲਓ, ਤੁਸੀਂ ਲੋਕਾਂ ਦੇ ਦੁਕਾਨਾਂ ਦੇ ਅੱਗਿਓਂ ਸਮਾਨ ਚੋਰੀ ਹੋਣ ਦਿਆ। ਜਿਹੜਾ ਬੰਦਾ ਕੋਈ 100 ਫੁੱਟ ਦੂਰ ਗੱਡੀ ਖੜਾ ਕੇ ਆਇਆ, ਉਹਦਾ ਵਿੱਚੇ ਧਿਆਨ ਰਹਿੰਦਾ ਬਾਈ ਜੀ ਮੇਰੀ ਗੱਡੀ ਤਾਂ ਨਹੀਂ ਚੋਰੀ ਹੋ ਜਾਊਗੀ। ਇੰਨੀਆਂ ਜਗ੍ਹਾ ਇਹਨਾਂ ਦੀਆਂ ਸਰਕਾਰੀ ਜਗ੍ਹਾ ਪਈਆਂ ਨੇ ਜਿਨ੍ਹਾਂ ਦੀਆਂ ਇਹ ਆਪਣੀ ਜਗ੍ਹਾ ਸਰਕਾਰ ਆਪਣੀ ਸੰਭਾਲੇ, ਜਿੱਥੇ ਨਿੱਜੀ ਕਬਜ਼ੇ ਹੋ ਰਹੇ ਨੇ। ਮੈਂ ਹੁਣ ਇੱਕ ਜਗ੍ਹਾ ਮੈਂ ਹੀ ਦਿਖਾਣਾ ਤੁਹਾਨੂੰ, ਆ ਜਦੋਂ ਮੈਂ ਮੈਪ ਦੇਖਿਆ, ਆ ਜਿਹੜਾ ਸਾਰਾ ਏਰੀਆ ਇਹ ਪਾਰਕਿੰਗ ਦਾ ਅਲਾਟ ਹੋਇਆ ਪਿਆ ਹੈ, ਪਰ ਤੁਸੀਂ ਦੇਖੋ ਇੱਥੇ ਨਿੱਜੀ ਹਿੱਤਾਂ ਲਈ ਦੁਕਾਨਦਾਰ ਵਰਤ ਰਹੇ ਨੇ, ਸਾਰੇ ਦੁਕਾਨਦਾਰਾਂ ਦੀਆਂ ਗੱਡੀਆਂ ਖੜੀਆਂ ਨੇ, ਸਮਾਨ ਪਿਆ। ਇਹ ਕਿਸੇ ਇੱਕ ਦਾ ਨਹੀਂ ਕਹਿ ਸਕਦੇ ਅਸੀਂ ਵੀ ਕਿਸੇ ਇੱਕ ਵਿਅਕਤੀ, ਹਾਂ ਬਿਲਕੁਲ ਸਭ ਦੇ ਵਿੱਚ ਅਸੀਂ ਵੀ ਆ, ਸਭ ਦੇ ਵਾਸਤੇ ਇੱਕੋ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ। ਤੁਸੀਂ ਉਹ ਸਮਾਨ ਚੁਕਵਾ ਕੇ, ਇਹ ਨਹੀਂ ਵੀ ਇੱਕ ਵਾਰੀ ਆ ਕੇ ਦੇਖੋ ਜੀ ਅਨਾਉਂਸਮੈਂਟ ਹੋ ਗਈ ਸਮਾਨ ਚੱਕਣਾ। ਮੈਂ ਕਹਿੰਦਾ ਰੈਗੂਲਰਲੀ ਇਹਦਾ ਇੱਕ ਲਾਇਆ ਜਾਵੇ, ਆਫਿਸਰ ਲਾਇਆ ਜਾਵੇ, ਹਫਤੇ 10 ਦਿਨਾਂ ਦੇ ਵਿੱਚ ਜੋ ਵੀ ਤੁਹਾਡਾ ਬਣਦਾ ਤੁਸੀਂ ਜੁਰਮਾਨਾ ਰੱਖੋ ਉਹਨੂੰ। ਤੁਸੀਂ ਦੁਬਾਰਾ ਦੋ ਹੀ ਨਾ ਸਮਾਨ ਜਿਹੜਾ ਚੱਕਦੇ ਹੋ, ਥੋੜਾ ਜਿਹਾ ਜੁਰਮਾਨਾ ਹੁੰਦਾ, ਅਗਲਾ ਦੇ ਕੇ ਛੁਡਾ ਲੈਂਦਾ। ਵੱਡੇ ਜਿਹੜੇ ਦੁਕਾਨਦਾਰ ਨੇ ਦੇਖੋ ਜੀ, ਅਗਲਾ ਮਾੜਾ ਮੋਟਾ ਕਰਪਸ਼ਨ ਦੇ ਕੇ ਵੀ ਕਹਿੰਦਾ ਵੀ ਮੈਂ ਛੁਡਵਾ ਲੈਣਾ। ਕਈ ਦੁਕਾਨਾਂ ਕਾਰਨਰ ਤੇ ਆ ਗਈਆਂ ਜਿਨ੍ਹਾਂ ਦੇ ਨਾਲ 500 1000 ਗਜ ਦਾ ਗਵਰਨਮੈਂਟ ਦੇ ਕਾਰਨਰ ਪਲਾਟ ਫ੍ਰੀ ਪਏ ਨੇ, ਉਹ ਵਰਤ ਰਹੇ ਨੇ। ਤੇ ਇਸ ਏਰੀਆ ਦੀ ਗੱਲ ਕਰਾਂ, ਇਹ ਸਾਰਾ ਹੁਣ ਇਹ ਜਿਹੜਾ ਏਰੀਆ ਸੀਗਾ ਇਹ ਪਾਰਕਿੰਗ ਹੈ, ਪਰ ਇੱਥੇ ਗੱਡੀਆਂ ਵੀ ਖੜੀਆਂ ਨੇ, ਸਮਾਨ ਵੀ ਪਿਆ ਔਰ ਪਿੱਛੇ ਝੁੱਗੀਆਂ ਝੌਂਪੜੀਆਂ ਵੀ ਬਣੀਆਂ ਨੇ ਨਾ ਜੀ। ਇਹੀ ਤਾਂ ਮੈਂ ਕਹਿ ਰਿਹਾ ਵੀ ਦੇਖੋ ਆਹ ਜਿਹੜੀਆਂ ਝੁੱਗੀਆਂ ਝੌਂਪੜੀਆਂ ਨੇ ਨਾ, ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਕਿਤੇ। ਇਹਨਾਂ ਨੂੰ ਗਰੀਬ ਲੋਕਾਂ ਨੂੰ, ਮੈਂ ਨਹੀਂ ਕਹਿੰਦਾ ਉਜਾੜੋ ਕਿਸੇ ਨੂੰ, ਇਹਨਾਂ ਨੂੰ ਕੋਈ ਪੱਕੀ ਜਗ੍ਹਾ ਦੇਵੇ ਸਰਕਾਰ। ਇਹਨਾਂ ਦੇ ਕੋਈ ਲੈਟਰਿੰਗ ਬਾਥਰੂਮ ਦਾ ਪ੍ਰਬੰਧ ਨਹੀਂ ਗਾ, ਇਹਨਾਂ ਨੂੰ ਪੁੱਛ ਲਓ ਵੀ ਤੁਸੀਂ ਕਿੱਥੇ ਲੈਟਰਿੰਗ ਬਾਥਰੂਮ ਵਗੈਰਾ, ਇਹਨਾਂ ਦਾ ਕੋਈ ਵੀ ਲੈਟਰਿੰਗ ਬਾਥਰੂਮ ਇੱਥੇ ਨਹੀਂ ਬਣਿਆ ਹੋਇਆ। ਗੰਦਗੀ ਨਾਲ ਇਹ ਲੋਕ ਜੀ ਰਹੇ ਨੇ, ਇਹਨਾਂ ਨੂੰ ਚੰਗੀ ਕੋਈ ਜਗ੍ਹਾ ਦਿੱਤੀ ਜਾਵੇ, ਇੱਥੋਂ ਸ਼ਿਫਟ ਕੀਤਾ ਜਾਵੇ ਔਰ ਇਹਨੂੰ ਡਿਵੈਲਪ ਕਰਕੇ ਇੱਕ ਏਸ਼ੀਆ ਦੀ ਮੰਡੀ ਹੈ, ਜਿਹੜਾ ਕੋਈ ਦੁਨੀਆ ਤੋਂ ਫੋਰਨ ਤੋਂ ਵੀ ਲੋਕ ਆਉਂਦੇ ਨੇ। ਇਹ ਸਰਕਾਰ ਦੀ ਇਸ ਵਿੱਚ, ਮੈਂ ਕਹਿੰਦਾ ਵੀ ਸਰਕਾਰ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ। ਜਦੋਂ ਇੱਥੋਂ ਆ ਕੇ ਸਰਕਾਰ, ਪਹਿਲਾਂ ਦੇਖੋ ਜੀ ਸੀਐਮ ਸਾਹਿਬ ਇੱਥੇ 5 ਸਾਲ ਰਹੇ ਨੇ, ਜੇ ਉਹਨਾਂ ਨੇ ਇੱਥੇ ਬਿਲਕੁਲ ਵੀ ਇੱਕ ਵਾਰੀ ਵੀ ਉਹਨਾਂ ਦਾ ਇੰਟਰਫੇਅਰ ਏਡੀ ਵੱਡੀ ਮਾਰਕੀਟ ਦੇ ਵਿੱਚ ਨਹੀਂ ਰਿਹਾ। ਲੱਖਾਂ ਦੁਨੀਆ ਰੋਜ਼ ਦਾ ਉਰੇ ਅਪ ਡਾਊਨ ਕਰਦੀ ਆ, ਲੱਖਾਂ ਦੁਨੀਆ ਔਰ ਲੱਖਾਂ ਬੰਦੇ ਅਪ ਡਾਊਨ ਰੋਜ਼ ਕਰਦੇ ਨੇ। ਐਡੀ ਵੱਡੀ ਮੰਡੀ ਦੇ ਵਿੱਚ ਕੋਈ ਇਹਨਾਂ ਦਾ ਧਿਆਨ ਹੀ ਨਹੀਂ ਸਰਕਾਰ ਦਾ ਹੈਗਾ। ਜਿਹੜਾ ਇੰਨਾ ਜ਼ਿਮੀਂਦਾਰ ਇੱਥੇ ਰੋਜ਼ ਆ ਕੇ ਮੁੜਦਾ, ਉਹ ਜਾ ਕੇ ਇਹੀ ਗੱਲ ਕਹਿੰਦਾ ਵੀ ਸੀਐਮ ਸਿਟੀ ਹੈ ਇਹ।
ਵੀ ਸੀਐਮ ਸਿਟੀ ਦਾ ਇਹ ਹਾਲ ਹੈ, ਦੇਖ ਲਓ ਤੁਸੀਂ। ਚਲੋ ਜੋ ਪਹਿਲਾਂ ਸਰਕਾਰਾਂ ਦਾ ਹੋ ਗਿਆ ਅਸੀਂ ਕਹਿੰਦੇ ਆ ਠੀਕ ਹੈ, ਪਰ ਹੁਣ ਇਸ ਪਾਸੇ ਭਗਵੰਤ ਮਾਨ ਸਰਕਾਰ ਜਿਹਨੂੰ ਅਸੀਂ ਨਿੱਜੀ ਤੌਰ ਤੇ ਦਖਲ ਦੇ ਕੇ, ਮੈਂ ਕਹਿੰਦਾ ਜੋ ਵੀ ਪਟਿਆਲੇ ਦੇ ਅਹੁਦੇਦਾਰ ਨੇ, ਮੇਰੇ ਭਰਾ ਨੇ, ਸਾਰਿਆਂ ਨੂੰ ਮੈਂ ਇਹੀ ਕਹਿੰਦਾ ਨਿੱਜੀ ਦਖਲ ਦੇ ਕੇ ਇਸ ਵੱਡੇ ਮਸਲੇ ਦਾ ਹੱਲ ਕਰਾਇਆ ਜਾਵੇ। ਅੱਗੇ ਤੁਸੀਂ ਮੌਨਸੂਨ ਦੇ ਵਿੱਚ ਇਹਦੀ ਇੱਕ ਵਾਰੀ ਆ ਕੇ ਦੇਖਿਓ ਵੀ ਇੱਥੇ ਤੁਸੀਂ ਇਹ ਨਹੀਂ ਦੇਖ ਸਕਦੇ ਵੀ ਇੱਥੇ ਮਾਰਕੀਟ ਹੈ, ਪਾਣੀ ਦੇ ਵਿੱਚ ਮਾਰਕੀਟ ਪਛਾਣ ਨਹੀਂ ਸਕਦੇ। 5-5 ਫੁੱਟ 4-4 ਫੁੱਟ ਪਿਛਲੀਆਂ ਨਿਊਜ਼ ਚੱਕ ਲਓ ਤੁਸੀਂ, ਪਿਛਲੇ ਸਾਲ ਦੀਆਂ ਮੌਨਸੂਨ ਦੀਆਂ ਨਿਊਜ਼ ਚੱਕ ਲਓ ਤੁਸੀਂ, ਤੁਹਾਨੂੰ ਰਸਤਾ ਹੀ ਨਹੀਂ ਦਿਖੂਗਾ ਵੀ ਰਸਤਾ ਕਿੱਥੇ ਆ, ਮਾਰਕੀਟ ਕਿੱਥੇ ਹੈ ਜੀ। ਸਮਾਨ ਡੁੱਬ ਜਾਂਦਾ, 4-4 ਫੁੱਟ ਸਮਾਨ ਡੁੱਬ ਜਾਂਦਾ। ਸੀਵਰੇਜ ਤਾਂ ਕਾਦੇ ਫੇਲ ਹੋ ਚੁੱਕੇ ਨੇ ਉਰੇ, ਸੀਵਰੇਜ ਸਿਸਟਮ ਤਾਂ ਉਰੇ ਹੈ ਹੀ ਨਹੀਂ ਵੀ ਕਿੱਥੇ ਪਤਾ ਲੱਗੇਗਾ। ਮਤਲਬ ਤੁਸੀਂ ਇਹਨੂੰ ਸਾਰਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਹੁਣ? ਨਾ ਜੀ 5 ਸਾਲ ਸੀਐਮ ਇੱਥੋਂ ਦੇ ਰਹਿ ਚੁੱਕੇ ਨੇ, ਸੀਐਮ ਸਿਟੀ ਸੀਗੀ ਇਹ ਇੱਥੋਂ ਦਾ। ਤਾਂ ਇਹਨੂੰ ਪੈਰਿਸ ਕਹਿੰਦੇ ਸੀ, ਉਹ ਪੈਰਿਸ ਤੋਂ ਛੱਡੋ, ਇਹਨੂੰ ਮੜੀਆਂ ਇੱਥੇ ਕੋਈ ਪਾਰਕਿੰਗ ਹੀ ਬਣਾ ਦਿੰਦੇ, ਕੋਈ ਸ਼ੌਚਾਲਯ ਹੀ ਬਣਾ ਦਿੰਦੇ, ਪਬਲਿਕ ਟਾਇਲਟ ਹੀ ਬਣਾ ਦਿੰਦੇ। ਕੋਈ ਪਬਲਿਕ ਟਾਇਲਟ ਨਹੀਂ ਹੈਗਾ ਐਡੀ ਵੱਡੀ ਮਾਰਕੀਟ ਦੇ ਵਿੱਚ। ਇੱਥੇ ਡੇਲੀ ਦਾ 2000 ਬੰਦਾ ਤਾਂ ਵਰਕਰ ਦੁਕਾਨਾਂ ਦਾ ਔਰ ਸ਼ਾਪਸ ਨੇ ਜਿਨ੍ਹਾਂ ਦੀਆਂ, ਉਹੀ ਅਪ ਡਾਊਨ ਕਰਦੇ ਨੇ। ਉਹਨਾਂ ਨੂੰ ਆਪਣੀਆਂ ਬਾਈਕ ਸਹੂਲਤ, ਆਪਣਾ ਜੋ ਵੀ ਖੜਾਉਣਾ ਨਾ, ਉਹ ਬਾਏ ਰੋਡ ਜਾਂ ਕਿਤੇ ਹੋਰ, ਦੇਖੋ ਆ ਬਾਹਰ ਰੋਡ ਤੇ ਕੋਈ ਕਿਤੇ ਖੜਾ ਕੇ ਆਂਦਾ। ਮਾਰਕੀਟ ਦੇ ਵਿੱਚ ਅਗਲਾ ਆਪਣੀ ਸਾਧਨ ਹੀ ਨਹੀਂ ਲਿਆ ਸਕਦਾ। ਮੈਂ ਤਾਂ ਇਹੀ ਗੱਲ ਕਹਿਣਾ ਜੀ, ਜਿਹੜਾ ਦੇਖੋ ਜੀ ਮਾਰਕੀਟ ਦੇ ਵਿੱਚ ਭਗਵੰਤ ਮਾਨ ਜੀ ਨੂੰ ਨਿੱਜੀ ਤੌਰ ਤੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਡਾ ਦੁਕਾਨਦਾਰਾਂ ਦਾ ਇਹ ਸਰਕਾਰ ਵੱਲੋਂ 7 ਦਿਨ ਦਾ ਟਾਈਮ ਦਿੱਤਾ, ਤੁਹਾਨੂੰ ਲੱਗਦਾ ਹੁਣ ਦੁਕਾਨਦਾਰ ਕਰਨਗੇ ਖਾਲੀ? ਨਹੀਂ, ਮੈਂ ਇਸ ਗੱਲ ਦੇਖੋ, ਮੈਂ ਆਪਣਾ ਨਿੱਜੀ ਤੌਰ ਤੇ ਅਸੀਂ ਪਤਾ ਨਹੀਂ ਕਿੰਨਾ ਖਰਚਾ ਕਰਕੇ ਸਮਾਨ ਚੱਕ ਚੁੱਕੇ ਹਾਂ। ਸਮਾਨ ਡਿਸਟਰੋਏ ਹੁੰਦਾ ਜਦੋਂ ਆਪਾਂ ਚੱਕ ਕੇ ਇੱਕ ਵਾਰੀ ਇੱਕ ਜਗ੍ਹਾ ਤੋਂ ਦੂਜੀ ਚੀਜ਼ ਤੇ ਲੈ ਕੇ ਜਾਂਦੇ ਆ, ਉਹ ਦੁਬਾਰਾ ਧਿਆਨ ਹੀ ਨਹੀਂ ਦਿੱਤਾ ਜਾਂਦਾ। ਇਹ ਹਫ਼ਤੇ 10 ਦਿਨ ਦੀ ਕਾਰਵਾਈ ਹੁੰਦੀ ਆ, ਬਾਅਦ 'ਚ ਉਹ ਠੰਡੇ ਬਸਤੇ 'ਚ ਫੇਰ ਫਾਈਲਾਂ ਪੈ ਜਾਂਦੀਆਂ ਨੇ। ਬਿਲਕੁਲ, ਤਾਂ ਕਹਿਣਾ ਠੰਡੇ ਬਸਤੇ ਫੈਲਾਂ ਪੈ। ਤੁਸੀਂ ਕੀ ਕਹਿ ਰਹੇ ਸਰਦਾਰ ਜੀ? ਹੈ ਕਹਿਣਾ ਨਹੀਂ ਕੁਝ, ਚਲੋ ਕੋਈ ਗੱਲ ਨਹੀਂ। ਤਾਂ ਦੇਖੋ ਤਸਵੀਰ, ਜਿੱਦਾਂ ਬਾਈ ਜੀ ਉਹਨਾਂ ਨੇ ਕਿਹਾ ਵੀ ਅਸੀਂ ਇਕੱਲੇ ਦੁਕਾਨਦਾਰ ਨਹੀਂ ਇੱਥੇ, ਜੇ ਹਰ ਕੋਈ ਹਮਲਾ ਮਾਰੇ ਤਾਂ ਇਹ ਜਿਹੜਾ ਕੰਮ ਹੈ ਇਹ ਸਹੀ ਹੋ ਸਕਦਾ, ਸੁਧਰ ਸਕਦੀ ਹੈ ਮਾਰਕੀਟ। ਕਿਉਂਕਿ ਪਿੱਛੇ ਜੇ ਮੈਂ ਪਹਿਲਾਂ ਵੀ ਐਗਜ਼ਾਮਪਲ ਦੇ ਕੇ ਹਟਿਆ ਦਿੱਲੀ ਮਾਇਆਪੁਰੀ ਦੀ, ਉੱਥੇ ਵੀ ਕਾਫੀ ਜਿਹੜਾ ਦੁਕਾਨਾਂ ਦਾ ਇਹੀ ਹਾਲ ਸੀ, ਪਰ ਹੁਣ ਜਿਹੜਾ ਕਾਫੀ ਹੱਲ ਹੋਇਆ, ਜਿਹੜਾ ਹੁਣ ਉੱਥੇ ਕਾਫੀ ਜਿਹੜਾ ਦਿੱਖ ਦੇ ਵਿੱਚ ਬਦਲਾਅ ਆਇਆ। ਤੇ ਹੋਰ ਵੀ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਆ। ਤਾਂ ਸਾਰੀ ਕਬਾੜੀ ਮਾਰਕੀਟ ਦਾ ਗੇੜਾ ਲਗਾਇਆ, ਤੁਹਾਨੂੰ ਤਸਵੀਰਾਂ ਵੀ ਦਿਖਾਈਆਂ। ਹੋਰ ਬਾਈ ਜੀ ਹੁਣੀ ਇੱਥੇ ਮਿਲੇ ਨੇ, ਇਹ ਕੰਮ ਤਾਂ ਇੱਥੇ ਹੀ ਕਰਦੇ ਨੇ ਡਰਾਈਵਰੀ ਦਾ, ਪਰ ਜਿਹੜਾ ਮੌਜੂਦ ਨਹੀਂ ਹੁੰਦੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ। ਭਾਜੀ ਤੁਹਾਨੂੰ ਕਿਵੇਂ ਲੱਗਦਾ ਸਾਰੀ ਮਾਰਕੀਟ ਦੇ ਵਿੱਚ ਜਿਹੜਾ ਸਮਾਨ ਹੈ ਕਾਫੀ ਜਿਹੜਾ ਸੜਕਾਂ ਦੇ ਉੱਤੇ ਪਿਆ ਹੈ, ਪਾਰਕ ਭਰੇ ਹੋਏ ਨੇ, ਪਾਰਕ ਫੈਸਿਲਿਟੀ ਲਈ ਬਣਾਈ ਸੀ ਵੀ ਬੈਠਣ ਉੱਤੇ ਸ਼ਾਮ ਨੂੰ ਸੈਰ ਕਰਨ ਲਈ ਬਣਾਈ ਸੀ, ਔਰ ਪਾਰਕ ਸਾਰੇ ਨਿੱਜੀ ਹਿੱਤਾਂ ਲਈ ਵਰਤ ਰਹੇ ਆ ਇੱਥੇ? ਕੀ ਮਾਰੇ ਕੀ ਕਹੀਏ, ਤੁਹਾਨੂੰ ਪਤਾ ਹੀ ਹੈ, ਤੁਸੀਂ ਆਪ ਦੇਖਿਆ ਹੀ ਹੈ ਜੀ। ਹੈ ਜੀ, ਇਹ ਮਾਰਕੀਟ 'ਚ ਪੈਰ ਰੱਖਣ ਦੀ ਜਗ੍ਹਾ ਨਹੀਂ, ਕੀ ਕਰੀਏ। ਹਰ ਇੱਕ ਬੰਦਾ ਵਪਾਰੀ ਆਉਂਦਾ, ਵਪਾਰੀ ਬੰਦਾ ਗੱਡੀ ਕਿੱਥੇ ਖੜੀ ਕਰੇ ਜੀ? ਨਾ ਕੋਈ ਟੋਲਰ ਹੈ, ਨਾ ਕੋਈ ਲੈਣਾ, ਨਾ ਕੋਈ ਬਾਥਰੂਮ ਹੈ, ਕੀ ਕਰੇ ਬੰਦਾ ਜੀ। ਹੈ ਜੀ, ਵਪਾਰੀ ਬੰਦਾ ਆਉਂਦਾ, ਗੱਡੀ ਖੜੀ ਕਰਦਾ, ਗੱਡੀ ਕਰਨ ਨੂੰ ਜਗ੍ਹਾ ਨਹੀਂ ਮਿਲਦੀ। ਹਾਂ, ਗੱਡੀ ਕਰਨ ਨੂੰ ਜਗ੍ਹਾ ਨਹੀਂ ਮਿਲਦੀ, ਉਹ ਔਖਾ ਮਾਲ ਹੀ ਨਹੀਂ ਆਉਂਦਾ, ਵਿਚਾਰਾ ਚਲਾ ਜਾਂਦਾ, ਵਿਚਾਰਾ ਮਾਲ ਨਹੀਂ ਆਉਂਦਾ, ਚਲਾ ਜਾਂਦਾ। ਬਾਕੀ ਦੇਖ ਲਓ ਕੋਈ ਹੈ ਨਹੀਂ। ਮੈਂ ਤਾਂ ਕਹਿੰਦਾ ਮਾਰੇ ਜਾਣਾ ਸਫਾਈ ਸਫੂਈ ਹੋਣੀ ਚਾਹੀਦੀ ਹੈ। ਜੀ ਕੋਈ ਬੰਦਾ ਆਵੇ, ਐਂ ਗੱਡੀ ਆਵੇ। ਪਹਿਲਾਂ ਬੱਸਾਂ ਲੰਘਦੀਆਂ ਹੁੰਦੀਆਂ ਸੀ, ਉਦੋਂ ਕੋਈ ਟਾਈਮ ਸੀਗਾ ਇੱਥੋਂ? ਹਾਂਜੀ, ਕੋਈ ਟਾਈਮ ਸੀਗਾ FCI ਦੀਆਂ ਬੱਸਾਂ ਲੰਘਦੀਆਂ ਹੁੰਦੀਆਂ ਜੀ। ਹਾਂਜੀ, ਬੱਸਾਂ ਲੰਘਦੀਆਂ ਹੁੰਦੀਆਂ, ਉਹਦੇ ਇਹ ਜਾ ਗੱਡੀ ਲਗਾਉਣੀ ਪੜੀ ਨਹੀਂ ਕੋਈ ਲੈਣਾ। ਹਾਂਜੀ, ਕੋਈ ਬੋਲਣਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਬਸ ਇਹ ਕਿਉਂ ਵਧੀ ਜਾ ਰਹੇ ਅੰਕਲ ਜੀ? ਅੱਗੇ ਅੱਗੇ ਕਿਉਂ ਦੁਕਾਨਾਂ ਵਧੀ ਜਾ ਰਹੀਆਂ? बदी अंदर बाहर खाली पे बाहर रोड़ा मतलब तरी यहाँ ना गड्डी मुड़े डबल करैन लेगा आएगा ना रात में करैन कितने रास्ता नहीं मिलता बहुत औखी ਉੱਥੇ ਬਾਹਰ ਖੜਾ ਕਰਨਾ ਪਾਣਾ। ਅੱਛਾ ਜੀ। ਹਾਂ ਉਰੇ ਵੜਦੀ ਕਿਹੜੇ ਸੰਨ ਦੀ ਗੱਲ ਹੈ ਜਦੋਂ ਤੁਸੀਂ ਕਹਿ ਰਹੇ ਤੋਂ ਬੱਸਾਂ ਲੰਘਦੀਆਂ ਹੁੰਦੀਆਂ ਸੀ? ਸਾਨੂੰ ਕਹਾ ਪਤਾ ਨਹੀਂ ਜੀ, ਬੱਸਾਂ ਤਾਂ ਰੋਡਵੇਜ ਕਿੱਥੇ ਤੇ ਥਾਣੇ ਵਾਲੇ ਇੱਧਰ ਉਰੇ ਹੋਗਾ ਜਾਏਗਾ ਨਹੀਂ ਇੱਧਰ। ਹਾਂ 11-12 ਦੀ ਗੱਲ ਹੈ ਜੀ, ਇਹ 11-12 ਦੀ ਗੱਲ ਹੈ। 11-12 6 ਮਾਰਕੀਟ ਆਈ ਹੈ ਉਰੇ। 11-12 ਤੱਕ ਐਂ ਵਧੀਆ ਕੰਮ ਸੀਗਾ। ਉਸ ਤੋਂ ਬਾਅਦ ਬੱਸਾਂ ਲੰਘਦੀਆਂ ਸੀ, ਟਰੱਕ ਲੰਘਦੇ ਸੀਗੇ। ਬਸ ਫਿਰ ਇਹੋ ਜੀ ਕੋਈ ਸਰਕਾਰਾਂ ਜੀ ਆਉਂਦੀਆਂ, ਕੋਈ ਬੋਲਣ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਜੇ ਕੋਈ ਹਾਦਸਾ ਹੋ ਜੇ ਤਾਂ ਫਾਇਰ ਬ੍ਰਿਗੇਡ ਦੀ ਲੰਘਣ ਦੀ ਜਗ੍ਹਾ ਨਹੀਂ ਹੈਗੀ, ਗੱਡੀ ਨਹੀਂ ਲੰਘਦੀ, ਫਾਇਰ ਬ੍ਰਿਗੇਡ ਕਿਵੇਂ ਲੰਘੇਗੀ? ਫਾਇਰ ਗੇਟ ਦਾ ਮਾਰੇ ਤੁਹਾਨੂੰ ਕਹਿ ਦਿੰਦੇ ਹਾਂ, ਫਾਇਰ ਗੇਟ ਆਈ ਸੀ, ਇਸ ਤੇ ਦੁਕਾਨ ਨੂੰ ਅੱਗ ਲੱਗੀ ਸੀ। ਫਾਇਰ ਗੇਟ ਆਈ ਸੀ, ਫਾਇਰ ਗੇਟ ਨੂੰ ਪੂਰੀ ਸਮਾਨ ਨਹੀਂ ਪਹੁੰਚਾ, ਅੱਗ ਲੱਗ ਗਈ ਪੂਰੀ। ਹੈ ਜੀ, ਨੁਕਸਾਨ ਹੋ ਗਿਆ। ਗੱਡੀ ਕਿੱਥੇ ਖੜੀ, ਪਾਣੀ ਕਿੱਥੇ, ਰਾਤੀ 2 ਵਜੇ ਅੱਗ ਲੱਗੀ ਸੀ। ਅੱਛਾ, ਫਾਇਰ ਬ੍ਰਿਗੇਡ ਪਹੁੰਚ ਹੀ ਨਾ ਨਹੀਂ ਸਕੀ? ਪਹੁੰਚ ਨਹੀਂ ਸਕੀ। ਇੰਨਾ ਮਤਲਬ ਤੰਗ ਹੈ। ਹਾਂਜੀ ਹਾਂਜੀ। ਫਿਰ ਤਾਂ ਬਿਲਕੁਲ ਤੁਸੀਂ ਦੇਖ ਰਹੇ ਹੋ, ਗੱਲਬਾਤ ਕਰ ਰਹੇ ਹਾਂ ਲੋਕਾਂ ਦੇ ਨਾਲ, ਔਰ ਹਰ ਇੱਕ ਵਿਅਕਤੀ ਨੂੰ ਅਲੱਗ-ਅਲੱਗ ਮੁਸ਼ਕਲਾਂ ਹੈ। ਡਰਾਈਵਰ ਕਹਿੰਦੇ ਨੇ ਸਾਡੀ ਗੱਡੀਆਂ ਨਹੀਂ ਅੰਦਰ ਆ ਸਕਦੀਆਂ। ਅੰਕਲ ਜੀ ਤੁਸੀਂ ਕਿਵੇਂ ਦੇਖਦੇ ਇਸ ਨੂੰ? ਅਸੀਂ ਤਾਂ ਇਹ ਦੇਖਦੇ ਹਾਂ ਜੀ, ਗੱਲ ਹੈ ਸਾਫ਼ ਵੀ ਇਹਨਾਂ ਦੀਆਂ ਦੁਕਾਨਾਂ ਕਿੱਥੇ ਤੇ ਗੱਡੀਆਂ ਆਣ ਕੇ ਸਾਡੇ ਅੱਗੇ ਲਾ ਲੈਂਦੇ ਨੇ। ਜੇ ਅਸੀਂ ਬੋਲਨੇ ਆ ਤੇ ਸਾਨੂੰ ਇਹ ਕਹਿ ਦਿੰਦੇ ਨੇ ਵੀ ਚੱਕਰ ਨਹੀਂ ਦੇਣਾ, ਫਿਰ ਚੱਕਰ ਤੋਂ ਤਰਸਦੇ ਰਹਿੰਦੇ ਆ ਵੀ ਕੀ ਦੱਸੋ ਕਿਸ ਪਾਸੇ ਜਾਈਏ। ਉਰੇ ਸਾਨੂੰ ਤਾਂ ਦੋਨੋਂ ਪਾਸੇ ਵਪਾਰੀ ਨਾਲ ਲੜੀਏ ਤਾਂ ਇਹ ਕਹਿੰਦੇ ਨੇ ਤੂੰ ਵਪਾਰੀ ਨਾਲ ਕਿਉਂ ਲੜਿਆ। ਠੀਕ ਹੈ।
ਇੰਨੀ ਕੀ ਕਿਰਪਾ ਹੈ ਕਿ ਗੱਡੀਆਂ ਲੱਗਣ ਵਾਸਤੇ ਜਗ੍ਹਾ ਹੋਣੀ ਚਾਹੀਦੀ ਹੈ, ਚਾਹੇ ਪਾਰਕਣ ਬਣਾ ਦੇਣਾ, ਉਰੇ ਨਾ ਖੜੀਆਂ ਕਰੋ, ਪਾਰਕਣ ਦੇ ਲਾਗੇ ਖੜੀਆਂ। ਪਾਰਕ 'ਚ ਤਾਂ ਸਾਰੇ ਜੇ ਟਰੈਕਟਰ ਖੜੇ ਆ ਬਾਹਰ, ਉਹ ਤਾਂ ਫਿਰ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਸਾਫ਼ ਕਰਾਉਣਾ। ਪ੍ਰਸ਼ਾਸਨ ਨੇ ਤਾਂ 7 ਦਿਨ ਦਾ ਟਾਈਮ ਦਿੱਤਾ ਹੁਣ ਮਾਰਕੀਟ ਨੂੰ। ਚਲੋ ਦੇਖ ਲਾਂਗੇ, ਅੱਗੇ ਤਾਂ ਪਤਾ ਨਹੀਂ ਖਰੇ ਕਿੰਨਿਆਂ ਨੇ ਦਿੱਤੇ ਤੇ ਕਿੰਨੇ ਆਏ। ਹਾਂ, ਲੱਗਦਾ ਇਸ ਸਰਕਾਰ ਤੋਂ ਉਮੀਦਾਂ ਹੈਗੀਆਂ ਨੇ। ਸਾਨੂੰ ਕੋਈ ਉਮੀਦ ਨਹੀਂ ਹੈ। ਅਸੀਂ ਖੁਦ ਮਤਲਬ ਇਹ ਸਰਕਾਰ ਦੇ ਉਹ ਐਨਵੰਦੇ, ਪਰ ਸਾਨੂੰ ਮਿਹਨਤ ਨਹੀਂ ਆ ਉਰੇ ਮਾਰਕੀਟ 'ਚ ਕੋਈ ਸਾਫ਼ ਹੋ ਜੇ। ਉਮੀਦ ਨਹੀਂ, ਨਾ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਨਾ ਉਮੀਦ ਹੋ ਜਾਂਦੀਆਂ ਨੇ, ਕਿਉਂਕਿ ਸਮਾਂ ਜਦੋਂ ਜ਼ਿਆਦਾ ਲੱਗ ਜਾਂਦਾ ਹੈ ਤਾਂ ਕਈ ਵਾਰ ਉਮੀਦ ਵੀ ਟੁੱਟ ਜਾਂਦੀ ਹੈ। ਪਰ ਸਰਕਾਰ ਵੱਲੋਂ ਹੁਣ ਅਲਟੀਮੇਟਮ ਦਿੱਤਾ ਗਿਆ ਹੈ 7 ਦਿਨ ਦਾ, ਵੀ 7 ਦਿਨ ਦੇ ਅੰਦਰ ਜਿਹੜੀਆਂ ਦੁਕਾਨਾਂ ਦੇ ਬਾਹਰ ਸਮਾਨ ਪਏ ਨੇ ਜਾਂ ਆਸ-ਪਾਸ ਦੇ ਸਮਾਨ ਪਏ ਨੇ, ਉਹ ਜਿਨ੍ਹਾਂ ਦੇ ਮਾਲਕ ਨੇ ਉਹਨਾਂ ਸਮਾਨ ਦੇ ਤਾਂ ਆਪਣਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਕਰ ਲੈਣ, ਜਾਂ ਆਸ-ਪਾਸ ਦੇ ਏਰੀਆ ਦੇ ਵਿੱਚ ਗੁਦਾਮ ਨੇ ਉੱਥੇ ਕਿਰਾਏ ਤੇ ਲੈ ਕੇ ਉੱਥੇ ਰੱਖ ਲੈਣ। ਤਾਂ ਉਸ ਤੋਂ ਬਾਅਦ ਨਹੀਂ ਤਾਂ ਜਿਹੜਾ ਸਮਾਨ ਬਾਹਰ ਪਿਆ ਹੋਏਗਾ ਉਹ ਸਰਕਾਰ ਵੱਲੋਂ ਜ਼ਬਤ ਕਰ ਲਿਆ ਜਾਵੇਗਾ। ਤਾਂ ਬਾਕੀ ਅਪਡੇਟਸ ਲਈ ਜੁੜੇ ਰਹੋ ਔਨ ਏਅਰ ਦੇ ਨਾਲ। ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ, ਔਨ ਏਅਰ ਪਟਿਆਲਾ।